ਵਾਹਿਗੁਰੂ ਸਾਹਿਬ ਜੀਓ। ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ। ਮਾਣ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇ। ਮੁਕਤ ਜੁਗਤ ਭੁਗਤ ਪੂਰਨ, ਪਰਮਾਨੰਦ ਪਰਮ ਨਿਧਾਨ। ਭੈ ਭਾਏ ਭਗਤ ਨਿਹਾਲ ਨਾਨਕ, ਸਦਾ ਸਦਾ ਕੁਰਬਾਨ। ਭੈ ਭਾਏ ਭਗਤ ਨਿਹਾਲ ਨਾਨਕ, ਸਦਾ ਸਦਾ ਕੁਰਬਾਨ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤਿ, ਪੂਰਨ ਹੋਵਹਿ ਕਾਮ। ਕਹੋ ਨਾਨਕ ਮਨ ਸਿਮਰਤਿ, ਪੂਰਨ ਹੋਵੈ ਕਾਮ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਰੀ ਕਾਇਨਾਤ ਦੇ ਮਾਲਕ, ਸੁੱਖਾਂ ਦੇ ਸਾਗਰ, ਕਲ ਯੁੱਗ ਕੇ ਬੋਹਿਤ ਡੁੱਬਦਿਆਂ ਨੂੰ ਤਾਰਨ ਵਾਲੇ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਹਜ਼ੂਰੀ ਵਿੱਚ ਸੱਜ ਕੇ ਖਸਮ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਕੁਝ ਕੁ ਸਮੇਂ ਦੇ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਚੱਲ ਰਹੀ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ, ਕੰਟੀਨਿਊ ਕਰਦਿਆਂ ਹੋਇਆਂ, ਜੋ ਅੱਜ ਦਾ ਪਾਵਨ ਸ਼ਲੋਕ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤਿ, ਪੂਰਨ ਹੋਵੈ ਕਾਮ। ਇਹ 40ਵਾਂ 40th ਸ਼ਲੋਕ ਹੈ ਸਤਿਗੁਰਾਂ ਦਾ। ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਇਹ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਝੁਕਾਈਏ ਸੀਸ, ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਜ਼ੁਬਾਨ ਤੋਂ ਵਾਹਿਗੁਰੂ ਨਿਕਲਦਾ ਹੈ ਨਾ, ਤੇ ਸਾਰਾ ਸਰੀਰ ਜਿਹੜਾ ਹੈ ਉਹ ਖਿੜ ਜਾਂਦਾ ਹੈ। ਉਹ ਵੱਖਰੀ ਗੱਲ ਹੈ, ਮੀਂਹ ਪੈ ਰਿਹਾ ਹੈ, ਥੋੜ੍ਹਾ ਜਿਹਾ ਅੰਦਰ ਮੇਰੇ ਖਿਆਲ ਸਲਾਬ ਜੀ ਆ ਗਈ ਹੈ, ਪਰ ਗੁਰੂ ਹਜ਼ੂਰੀ 'ਚ ਬੈਠੇ ਆ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਫਤਿਹ ਬੁਲਾਉਣ ਲੱਗਿਆਂ ਕੰਜੂਸੀ ਨਾ ਕਰਿਆ ਕਰੋ, ਗੱਜ ਵੱਜ ਕੇ ਬੁਲਾਇਆ ਕਰੋ। ਸਤਿਗੁਰੂ ਜੀ ਕਹਿੰਦੇ ਸਾਰਾ ਸੰਸਾਰ ਭਿਖਾਰੀ ਹੈ, ਦਾਤਾ ਇੱਕ ਹੀ ਹੈ, ਰਾਮ ਪ੍ਰਮਾਤਮਾ। ਜਿਹੜਾ ਉਹਦੀ ਯਾਦ ਵਿੱਚ ਜੁੜੇਗਾ, ਸਤਿਗੁਰੂ ਜੀ ਕਹਿੰਦੇ ਉਹਦੇ ਕਾਰਜ ਸਾਰੇ ਸੰਪੂਰਨ ਹੋ ਜਾਣਗੇ। ਤੇ ਖਿਆਲ ਕਰਿਓ ਸਾਧ ਸੰਗਤ,
ਜਿਹੜਾ ਇਨਸਾਨ ਹੈ ਨਾ, ਇਸ ਇਨਸਾਨ ਦਾ ਜੀਵਨ ਹੀ ਮੰਗ ਦੇ ਉੱਤੇ ਡਿਪੈਂਡ ਕਰਦਾ ਹੈ। ਅਜੇ ਸੰਸਾਰ 'ਚ ਨਹੀਂ ਸੀ ਆਇਆ, ਮਾਤਾ ਦੇ ਗਰਭ ਦੇ ਵਿੱਚ ਸੀ, ਮੰਗਣਾ ਉੱਥੋਂ ਹੀ ਸਟਾਰਟ ਹੋ ਗਿਆ ਸੀ, ਮੰਗ ਉੱਥੋਂ ਹੀ ਸਟਾਰਟ ਹੋ ਗਈ ਸੀ। ਸੰਸਾਰ 'ਚ ਆਉਣ ਤੋਂ ਪਹਿਲਾਂ ਹੀ ਇਨਸਾਨ ਦੀ ਜਿਹੜੀ ਮੰਗ ਹੈ ਉਹ ਸ਼ੁਰੂ ਹੋ ਜਾਂਦੀ ਹੈ, ਤੇ ਸਾਰੀ ਜ਼ਿੰਦਗੀ ਜਨਮ ਤੋਂ ਬਾਅਦ ਸਾਰੀ ਜ਼ਿੰਦਗੀ ਮੰਗਦਾ ਹੀ ਰਹਿੰਦਾ ਹੈ। ਇਹਦੀ ਮੰਗ ਕਦੇ ਖਤਮ ਨਹੀਂ ਜੀ ਹੁੰਦੀ। ਮਾਂ ਦੇ ਗਰਭ ਦੇ ਵਿੱਚ ਪਤਾ ਉੱਥੇ ਇਹਨੇ ਕੋਈ ਸੰਸਾਰ ਦਾ ਸੁੱਖ ਨਹੀਂ ਮੰਗਿਆ, ਕੋਈ ਪਦਾਰਥ ਨਹੀਂ ਮੰਗਿਆ, ਕੋਈ ਧਨ ਦੌਲਤ ਨਹੀਂ ਮੰਗੀ, ਸਿਰਫ ਇੱਕ ਹੀ ਚੀਜ਼ ਮੰਗੀ। ਉਹ ਪਤਾ ਕੀ, ਉੱਥੇ ਸਿਰਫ ਇਹੀ ਮੰਗ ਸੀ ਕਿ ਇਹ ਮੇਰੇ ਮਾਲਕ ਤੂੰ ਕਿਰਪਾ ਕਰਕੇ ਮੈਨੂੰ ਮਾਂ ਦੇ ਗਰਭ ਦੇ ਵਿੱਚ ਨਿਵਾਸ ਬਖਸ਼ਿਆ। ਤੇ ਇਹ ਮਾਂ ਦਾ ਗਰਭ ਜਿਹੜਾ ਹੈ ਨਾ, ਇੱਥੇ ਬੜੀ ਭਿਆਨਕ ਅੱਗ ਹੈ ਜਿਸ ਨੂੰ ਜਠਰ ਅਗਨ ਬੋਲਦੇ ਨੇ। ਕਈ ਤਰ੍ਹਾਂ ਦੀ ਅੱਗ ਹੁੰਦੀ ਹੈ ਸਾਧ ਸੰਗਤ। ਮਾਂ ਦੇ ਗਰਭ ਦੇ ਵਿੱਚ ਜਠਰ ਅਗਨ ਹੈ। ਉਸ ਜਠਰ ਅਗਨ ਦੇ ਕੋਲੋਂ ਕੋਈ ਬਚਾ ਨਹੀਂ ਸਕਦਾ। ਮਾਂ ਖੁਦ ਨਹੀਂ ਬਚਾ ਸਕਦੀ, ਪਿਤਾ ਨਹੀਂ ਬਚਾ ਸਕਦਾ, ਭੈਣ ਭਰਾ ਨਹੀਂ ਬਚਾ ਸਕਦੇ। ਉੱਥੇ ਬਚਾਉਣ ਵਾਲਾ ਕੇਵਲ ਇੱਕ ਹੀ ਹੈ। ਉਹ ਕੌਣ ਹੈ? ਉਹ ਕੇਵਲ ਪਰਮਾਤਮਾ। ਤੇ ਉੱਥੇ ਮੰਗ ਹੀ ਇਹੀ ਸੀ ਕਿ ਮੇਰੇ ਮਾਲਕ ਤੂੰ ਕਿਰਪਾ ਕਰਕੇ ਮੈਨੂੰ ਨਿਵਾਸ ਬਖਸ਼ਿਆ ਏ ਤੇ ਇਸ ਭਿਆਨਕ ਅੱਗ ਦੇ ਕੋਲੋਂ ਬਚਾ। ਤੇ ਪਰਮਾਤਮਾ ਨੇ ਬਚਾਇਆ। ਇਹ ਮੰਗ ਸੀ ਉੱਥੇ ਮਾਂ ਦੇ ਗਰਭ ਦੇ ਵਿੱਚ। ਤੇ ਇੱਕ ਗੱਲ ਨਾਲ ਹੋਰ ਵੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਬਚਨ ਪੜ੍ਹੀਏ ਨਾ ਗੁਰੂ ਨਾਨਕ ਸਾਹਿਬ ਜੀ ਦਾ, ਤੇ ਉੱਥੋਂ ਕਲੀਅਰ ਹੁੰਦਾ ਹੈ। ਸਾਹਿਬ ਜੀ ਕਹਿੰਦੇ, ਪਹਿਲੈ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਮਾਂ ਦੇ ਗਰਭਾਸ, ਗਰਭਾਸ ਮੀਨਸ ਮਾਂ ਦੇ ਗਰਭ ਦੇ ਵਿੱਚ ਉਹਦੇ ਹੁਕਮ ਦੇ ਨਾਲ ਨਿਵਾਸ ਹੋ ਗਿਆ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਆ ਖਸਮ ਸੇਤੀ ਜਿਹੜੀ ਅਰਦਾਸ ਹੈ ਨਾ, ਇਹ ਮੰਗ ਹੈ ਰੱਬ ਦੇ ਅੱਗੇ ਕਿ ਤੂੰ ਬਚਾ। ਕਿਉਂਕਿ ਇੱਥੇ ਜਹਮਾਤ ਪਿਤਾ ਸੁਤ ਮੀਤ ਨਾ ਪਾਈ। ਇੱਥੇ ਕੋਈ ਮਾਂ ਪਿਓ ਭੈਣ ਭਰਾ ਸੱਜਣ ਮਿੱਤਰ ਸਹਾਇਤਾ ਨਹੀਂ ਕਰ ਸਕਦਾ, ਤੂੰ ਬਚਾਉਣਾ ਹੈ। ਰੱਬ ਨੇ ਬਚਾਇਆ, ਜਨਮ ਹੋਇਆ ਸੰਸਾਰ ਦੇ ਵਿੱਚ। ਬਸ ਮਾਂ ਦੇ ਗਰਭ ਤੋਂ ਹੀ ਇਹਦੀਆਂ ਮੰਗਾਂ ਸਟਾਰਟ ਹੋ ਜਾਂਦੀਆਂ ਨੇ। ਉੱਥੇ ਸਿਰਫ ਇੱਕ ਮੰਗ ਸੀ, ਜਨਮ ਤੋਂ ਬਾਅਦ ਕਈ ਮੰਗਾਂ ਦੀ ਲੜੀ ਸਟਾਰਟ ਹੋ ਜਾਂਦੀ ਹੈ, ਮੰਗਾਂ ਮੁੱਕਦੀਆਂ ਹੀ ਨਹੀਂ। ਤੇ ਦੁੱਖ ਉਦੋਂ ਲੱਗਦਾ ਹੈ ਸਾਧ ਸੰਗਤ, ਜਦੋਂ ਇਹ ਇਨਸਾਨ ਸਿਰਫ ਸੰਸਾਰਿਕ ਵਸਤੂਆਂ ਹੀ ਮੰਗਦਾ ਰਹਿੰਦਾ ਹੈ। ਮੰਗਣੀਆਂ ਚਾਹੀਦੀਆਂ, ਇਹ ਮੈਂ ਇਨਕਾਰ ਨਹੀਂ ਕਰਦਾ ਪਿਆ ਕਿ ਇਹ ਮੰਗਣੀਆਂ ਨਹੀਂ, ਮੰਗਣੀਆਂ ਚਾਹੀਦੀਆਂ ਨੇ। ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਤੁਸੀਂ ਸਰਵਣ ਕੀਤਾ। ਸਾਹਿਬ ਜੀ ਪਤਾ ਕੀ ਕਹਿੰਦੇ? ਕਹਿੰਦੇ ਜਨ ਕੋ ਪ੍ਰਭ ਸੰਗੇ ਅਸਨੇ। ਜਨ ਕੋ ਦਾ ਮਤਲਬ ਹੈ ਜਿਹੜਾ ਰੱਬ ਦਾ ਪਿਆਰਾ ਜਨ, ਉਹਦਾ ਪਰਮਾਤਮਾ ਦੇ ਨਾਲ ਪ੍ਰਭ ਅਸਨੇ, ਪ੍ਰਭ ਸੰਗੇ ਅਸਨੇ। ਅਸਨੇ ਦਾ ਮਤਲਬ ਹੁੰਦਾ ਹੈ ਪਿਆਰ। ਕਹਿੰਦੇ ਰੱਬ ਦੇ ਪਿਆਰੇ ਦਾ ਉਹਦੇ ਨਾਲ ਪਿਆਰ ਹੈ। ਸਾਜਨੋ ਤੂੰ ਮੀਤ ਮੇਰਾ, ਕੇਵਲ ਪਿਆਰ ਹੀ ਨਹੀਂ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਹੈ ਮੇਰੇ ਮਾਲਕ ਪਰਮਾਤਮਾ, ਤੂੰ ਕੱਲਾ ਮੇਰਾ ਮਾਲਕ ਹੀ ਨਹੀਂ ਹੈ, ਤੂੰ ਮੇਰਾ ਮਿੱਤਰ ਵੀ ਹੈ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ। ਗ੍ਰਹਿ ਤੇਰਾ, ਗ੍ਰਹਿ ਦਾ ਮਤਲਬ ਹੈ ਘਰ। ਤੇਰੇ ਘਰ ਦੇ ਵਿੱਚ ਸਭ ਕੇ ਦਾ ਮਤਲਬ ਹੈ ਸਭ ਕੁਝ ਹੈ। ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ ਕੋਈ ਕਮੀ ਨਹੀਂ, ਸਭ ਕੁਝ ਤੇਰੇ ਘਰ ਦੇ ਵਿੱਚ ਹੈ। ਗ੍ਰਹਿ ਤੇਰਾ ਸਭ ਕੇ ਮਾਣ ਮੰਗੋ। ਹੁਣ ਮੰਗਾਂ ਕੀ ਨੇ? ਕੀ ਮੰਗ ਸਕਦੇ ਆ? ਮੰਗਣਾ ਹੈ ਰੱਬ ਦੇ ਕੋਲੋਂ। ਮੰਗਣ ਲੱਗਿਆ ਸ਼ਰਮ ਕੋਈ ਨਹੀਂ। ਭਗਤ ਧੰਨਾ ਜੀ ਦੇ ਬਚਨ ਵੀ ਆਪ ਸਰਬੱਤ ਸੰਗਤ ਨੂੰ ਯਾਦ ਹੋਣਗੇ ਨਾ ਜੀ। ਜਦੋਂ ਭਗਤ ਧੰਨਾ ਜੀ ਦਾ ਕੱਲੀ ਕੱਲੀ ਚੀਜ਼ ਗਿਣਾ ਦਿੰਦੇ ਨੇ, ਕਹਿੰਦੇ ਦਾਲ ਸੀਦਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਣੀਆਂ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਣ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ। ਘਰ ਕੀ ਗੀਹਣ ਕਹਿੰਦੇ ਨੇ ਜੀ ਔਰਤ ਨੂੰ, ਇਸਤਰੀ ਨੂੰ। ਕਹਿੰਦੇ ਭਗਤ ਧੰਨਾ ਜੀ ਕਹਿੰਦੇ ਮੇਰੇ ਮਾਲਕ ਮੈਨੂੰ ਇੱਕ ਚੰਗੀ ਪਤਨੀ ਵੀ ਚਾਹੀਦੀ ਹੈ। ਘਰ ਕੀ ਗੀਹਣ ਚੰਗੀ ਪਤਨੀ ਚਾਹੀਦੀ ਹੈ, ਚੰਗੇ ਨੇਚਰ ਵਾਲੀ ਪਤਨੀ ਚਾਹੀਦੀ ਹੈ। ਜਨ ਧੰਨਾ ਲੇਵੈ ਮੰਗੀ। ਕਹਿੰਦੇ ਮੈਂ ਤੇਰੇ ਕੋਲ ਇਹ ਚੀਜ਼ਾਂ ਸਾਰੀਆਂ ਮੰਗ ਕੇ ਲਵਾਂਗਾ। ਕਿਉਂ? ਕਿਉਂਕਿ ਤੂੰ ਤੇ ਮੇਰਾ ਮਿੱਤਰ ਹੈ, ਤੇ ਤੇਰੇ ਕੋਲੋਂ ਮੰਗਣ ਲੱਗਿਆ ਕਾਹਦੀ ਸ਼ਰਮ? ਤੇਰੇ ਕੋਲੋਂ ਮੰਗਣ ਲੱਗਿਆ ਕਾਹਦੀ ਸ਼ਰਮ? ਕਹਿੰਦੇ ਜਦੋਂ ਤੂੰ ਮੇਰਾ ਮਿੱਤਰ ਹੈ। ਹੁਣ ਦੋ ਦੋਸਤ ਹੋਣ ਜੀ, ਇੱਕ ਦੋਸਤ ਨੂੰ ਕਿਸੇ ਚੀਜ਼ ਦੀ ਲੋੜ ਪੈ ਜਾਏ ਤੇ ਦੂਜਾ
ਦੂਜੇ ਦੇ ਕੋਲੋਂ ਮੰਗ ਸਕਦਾ ਹੈ ਨਾ, ਕਿਉਂਕਿ ਪਿਆਰ ਹੈ ਦੋਸਤਾਂ ਦਾ ਆਪਸ ਦੇ ਵਿੱਚ। ਦੋਸਤ ਕੋਲੋਂ ਮੰਗਣ ਲੱਗਿਆਂ ਸ਼ਰਮ ਕੋਈ ਨਹੀਂ ਆਉਂਦੀ। ਹਾਂ, ਕੋਈ ਸਟ੍ਰੇਂਜਰ ਹੋਵੇ ਜਿਹਦੇ ਨਾਲ ਸਾਡੀ ਬਹੁਤੀ ਸਾਂਝ ਨਾ ਹੋਵੇ, ਉਹਦੇ ਕੋਲੋਂ ਮੰਗਣ ਲੱਗਿਆਂ ਆਪਾਂ ਥੋੜ੍ਹਾ ਜਿਹਾ ਹੈਸੀਟੇਟ ਮਹਿਸੂਸ ਕਰਾਂਗੇ, ਥੋੜ੍ਹੀ ਜਿਹੀ ਸ਼ਰਮ ਮਹਿਸੂਸ ਕਰਾਂਗੇ। ਪਰ ਦੋਸਤ ਦੇ ਕੋਲੋਂ ਮੰਗਣ ਲੱਗਿਆਂ ਸ਼ਰਮ ਕੋਈ ਨਹੀਂ ਕੀਤੀ ਜਾਂਦੀ, ਮੰਗ ਲੈਂਦੇ ਆ। ਤੇ ਭਗਤ ਧੰਨਾ ਜੀ ਵੀ ਇਹੀ ਗੱਲ ਕਹਿੰਦੇ ਨੇ, ਕਹਿੰਦੇ ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਜੇਕਰ ਤੂੰ ਨਹੀਂ ਦੇਂਗਾ ਆਪਣੇ ਆਪ ਤਾਂ ਮੈਂ ਤੇਰੇ ਕੋਲੋਂ ਮੰਗ ਕੇ ਲੈ ਲਵਾਂਗਾ, ਤੇਰੇ ਨਾਲ ਮੇਰੀ ਕਾਹਦੀ ਸ਼ਰਮ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੇਰੇ ਮਾਲਕ ਤੇਰੇ ਘਰ ਦੇ ਵਿੱਚ ਸਭ ਕੁਝ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ, ਤੇਰੇ ਘਰ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਹੈ ਨਹੀਂ। ਇਹਦਾ ਮਤਲਬ ਸਭ ਕੁਝ ਹੈ ਉਹਦੇ ਘਰ ਦੇ ਵਿੱਚ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮਾਣ ਮੰਗੋ। ਮਾਣ ਦਾ ਮਤਲਬ ਹੈ ਜੀ ਇੱਜ਼ਤ, ਵਡਿਆਈ। ਕਹਿੰਦੇ ਮੈਂ ਇੱਜ਼ਤ ਵੀ ਤੇਰੇ ਕੋਲੋਂ ਮੰਗਾਂਗਾ। ਤਾਣ ਮੰਗੋ, ਤਾਣ ਦਾ ਮਤਲਬ ਕਹਿ ਲਈ ਜੀ ਤਾਕਤ, ਪਾਵਰ, ਉਹ ਵੀ ਮੈਂ ਤੇਰੇ ਕੋਲੋਂ ਹੀ ਮੰਗਾਂਗਾ। ਧਨ ਲਖਮੀ, ਧਨ ਦੌਲਤ, ਸੁੱਤ ਪੁੱਤਰ, ਜੇ ਮੈਨੂੰ ਧਨ ਦੀ ਜ਼ਰੂਰਤ ਹੈ, ਪਦਾਰਥਾਂ ਦੀ ਜ਼ਰੂਰਤ ਹੈ, ਪੁੱਤਰ ਦੀ ਜ਼ਰੂਰਤ ਹੈ, ਤੇ ਮੈਂ ਸਭ ਕੁਝ ਹੀ ਤੇਰੇ ਕੋਲੋਂ ਮੰਗਾਂਗਾ, ਕਿਉਂਕਿ ਤੂੰ ਮੇਰਾ ਮਿੱਤਰ ਹੈ ਤੇ ਤੇਰੇ ਘਰ ਦੇ ਵਿੱਚ ਸਭ ਕੁਝ ਹੈ, ਤੇਰੇ ਘਰ ਦੇ ਵਿੱਚ ਕਮੀ ਕੋਈ ਨਹੀਂ। ਪਰ ਸਾਧ ਸੰਗਤ ਇੱਥੇ ਇੱਕ ਗੱਲ ਹੋਰ ਨਾਲ ਜ਼ਰੂਰ ਯਾਦ ਰੱਖਣੀ ਹੈ, ਇਹ ਸਾਰੀਆਂ ਦਾਤਾਂ ਉਸ ਰੱਬ ਦੀਆਂ ਨੇ, ਉਹ ਦਿੰਦਾ ਹੈ। ਇਹ ਜਿਹੜੀਆਂ ਸਾਰੀਆਂ ਸਾਡੀਆਂ ਬੁਨਿਆਦੀ ਜ਼ਰੂਰਤਾਂ ਨੇ, ਇਹਨਾਂ ਤੋਂ ਬਿਨਾਂ ਜੀਵਨ ਦਾ ਗੁਜ਼ਾਰਾ ਨਹੀਂ। ਧਨ ਤੋਂ ਬਿਨਾਂ, ਪੈਸੇ ਤੋਂ ਬਿਨਾਂ, ਮਾਇਆ ਤੋਂ ਬਿਨਾਂ, ਅਨਾਜ ਤੋਂ ਬਿਨਾਂ ਜੀਵਨ ਦਾ ਗੁਜ਼ਾਰਾ ਨਹੀਂ ਹੋ ਸਕਦਾ। ਇਹ ਮੰਗ ਸਕਨੇ ਆ। ਪਰ ਸਾਧ ਸੰਗਤ ਇੱਕ ਐਸੀ ਚੀਜ਼ ਹੈ ਜਿਹੜੀ ਅਸੀਂ ਸਾਰੀ ਜ਼ਿੰਦਗੀ ਮੰਗਦੇ ਹੀ ਨਹੀਂ, ਮੰਗਦੇ ਨਹੀਂ। ਉਹਦੇ ਵਾਸਤੇ ਸਾਡੀ ਜ਼ੁਬਾਨ ਤੋਂ ਇਹ ਲਫ਼ਜ਼ ਨਹੀਂ ਨਿਕਲਦੇ। ਇਹ ਸਾਰੀਆਂ ਦਾਤਾਂ ਮੰਗਦੇ ਆ, ਮਿਲਦੀਆਂ ਨੇ, ਮਿਲੀ ਜਾ ਰਹੀਆਂ ਨੇ, ਸ਼ੁਕਰਾਨਾ ਕਰਿਆ ਕਰੀਏ। ਪਰ ਨਾਲ ਦੀ ਨਾਲ ਇੱਕ ਹੋਰ ਮੰਗ ਬੜੀ ਜ਼ਰੂਰੀ ਹੈ ਜਿਹੜੀ ਉਹ ਵੀ ਮੰਗਣੀ ਚਾਹੀਦੀ ਹੈ। ਜੇਕਰ ਉਹ ਨਹੀਂ ਮੰਗਦੇ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀਆਂ ਇਹ ਪ੍ਰਮਾਤਮਾ ਨੇ ਬਾਕੀ ਚੀਜ਼ਾਂ ਦਿੱਤੀਆਂ ਨੇ, ਜਿਹੜੀਆਂ ਅਸੀਂ ਮੰਗੀਆਂ ਸਾਨੂੰ ਮਿਲੀਆਂ ਨੇ, ਇਹਨਾਂ ਦੇ ਨਾਲ ਅਸੀਂ ਇੰਨੇ ਕੋ ਅਟੈਚ ਹੋ ਗਏ, ਇੰਨੇ ਕੋ ਅਟੈਚ ਹੋ ਗਏ ਕਿ ਦਾਤ ਪਿਆਰੀ ਵਿਸਰਿਆ ਦਾਤਾਰ। ਉਹ ਦਾਤਾ ਭੁੱਲ ਗਿਆ। ਫਿਰ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜੇਕਰ ਅਸੀਂ ਆਪਣੀ ਜ਼ੁਬਾਨ ਤੋਂ ਰੱਬ ਦਾ ਸ਼ੁਕਰਾਨਾ ਜਾਂ ਰੱਬ ਦੇ ਕੋਲੋਂ ਉਹ ਦਾਤ, ਗੁਰੂ ਦੇ ਕੋਲੋਂ ਉਹ ਦਾਤ ਨਹੀਂ ਮੰਗ ਰਹੇ ਜਿਹੜੀ ਸਾਨੂੰ ਮੰਗਣੀ ਚਾਹੀਦੀ ਹੈ, ਤੇ ਇਹਦਾ ਮਤਲਬ ਸਿੰਪਲ ਜਿਹਾ ਇਹ ਹੈ ਕਿ ਫਿਰ ਸਾਡਾ ਦਾਤਾਂ ਦੇ ਨਾਲ ਪਿਆਰ ਪੈ ਗਿਆ ਹੈ। ਵੀ ਆਰ ਅਟੈਚਡ ਵਿਦ ਵਰਲਡਲੀ ਥਿੰਗਸ। ਪਰ ਉਸ ਦਾਤਾਰ ਨੂੰ ਅਸੀਂ ਭੁਲਾ ਦਿੱਤਾ ਹੈ ਜਿਸ ਨੇ ਇਹ ਸਾਰੀਆਂ ਦਾਤਾਂ ਦਿੱਤੀਆਂ। ਤੇ ਗੁਰੂ ਨਾਨਕ ਸਾਹਿਬ ਦਾ ਨਾ ਬੜਾ ਪਿਆਰਾ ਬਚਨ ਹੈ ਜੀ। ਇੱਕ ਸਾਹਿਬ ਜੀ ਪਤਾ ਕੀ ਕਹਿੰਦੇ, ਕਹਿੰਦੇ ਮੈਂ ਪੁਰਾਣਾ ਸਮਾਂ ਥੋੜ੍ਹਾ ਜਿਹਾ ਦੇਖੋ ਨਾ, ਜਦੋਂ ਪੰਡਿਤ ਲੋਕ, ਬ੍ਰਾਹਮਣ ਲੋਕ ਨਾ ਘਰਾਂ ਦੇ ਵਿੱਚ ਜਾਇਆ ਕਰਦੇ ਸੀ, ਉਹਨਾਂ ਦੇ ਜਜਮਾਨ ਹੁੰਦੇ ਸੀ। ਜਜਮਾਨ ਕਿਹਾ ਜਾਂਦਾ ਸੀ ਜੀ, ਜਿਹੜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਕੋਈ ਕਾਰਜ ਕਰਨਾ, ਪੂਜਾ ਪਾਠ ਕਰਨਾ ਨਾ, ਉਹਨਾਂ ਨੂੰ ਜਜਮਾਨ ਕਿਹਾ ਜਾਂਦਾ ਸੀ। ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਇਹ ਵਰਡ ਯੂਜ਼ ਕੀਤਾ ਹੈ। ਪਾਤਸ਼ਾਹ ਜੀ ਪਤਾ ਕੀ ਕਹਿੰਦੇ, ਕਹਿੰਦੇ ਕਰਤਾ ਤੂੰ ਮੇਰਾ ਜਜਮਾਨ। ਕਰਤਾ ਉਹ ਕ੍ਰੀਏਟਰ, ਯੂ ਆਰ ਮਾਈ ਬੈਨੀਫੈਕਟਰ, ਤੂੰ ਮੇਰਾ ਜਜਮਾਨ ਹੈ। ਇੱਕ ਦਖਣਾ, ਦਖਣਾ ਮਤਲਬ ਇੱਕ ਦਾਤ, ਇੱਕ ਦਖਣਾ ਹਉ ਤੈ ਪਹਿ ਮੰਗੋ ਦੇ ਆਪਣਾ ਨਾਮ। ਕਹਿੰਦੇ ਮੈਂ ਇੱਕ ਦਖਣਾ ਤੇਰੇ ਕੋਲੋਂ ਮੰਗਦਾ, ਕਿਹੜੀ? ਕਿ ਮੈਨੂੰ ਆਪਣੇ ਨਾਮ ਦੀ ਦਾਤ ਦੇ। I beg for only one blessing. Please give me your name. ਮੈਨੂੰ ਆਪਣਾ ਨਾਮ ਦੇ, ਆਪਣੇ ਨਾਮ ਦੀ ਦਾਤ ਦੇ, ਮੈਂ ਇਹ ਦਖਣਾ ਤੇਰੇ ਕੋਲੋਂ ਮੰਗਦਾ। ਤੇ ਅੱਗੇ ਸਾਧ ਸੰਗਤ ਇਸ ਸ਼ਬਦ ਨੂੰ ਪੜ੍ਹ ਕੇ ਦੇਖਿਓ, ਪਤਾ ਕੀ ਕੀ ਮੰਗਿਆ। ਕਹਿੰਦੇ ਪੰਚ ਤਸਕਰ ਧਾਵਤ ਰਾਖੈ ਐਸਾ ਬ੍ਰਹਮ ਗਿਆਨ। ਕਹਿੰਦੇ ਪੰਚ ਤਸਕਰ, ਪੰਚ ਤਸਕਰ ਦਾ ਮਤਲਬ ਹੈ ਪੰਜ ਵਿਕਾਰ। ਤਸਕਰ ਕਹਿੰਦੇ ਨੇ ਜੀ ਚੋਰ। ਪੰਚ ਤਸਕਰ ਮੀਨਸ ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਜਿਹੜੇ ਚੋਰ ਨੇ ਨਾ, ਜਦੋਂ ਮੈਂ ਤੇਰੇ ਕੋਲੋਂ ਨਾਮ ਮੰਗਦਾ ਪਿਆ, ਤੂੰ ਮੈਨੂੰ ਨਾਮ ਦੀ ਦਾਤ ਦੇਂਗਾ ਨਾ ਜਦੋਂ, ਫਿਰ ਉਹਦੇ ਨਾਲ ਮੈਨੂੰ ਬੈਨੀਫਿਟ ਕੀ ਹੋਏਗਾ, ਮੈਨੂੰ ਕੀ ਪ੍ਰਾਪਤੀ ਹੋਏਗੀ? ਜਦੋਂ ਮੈਂ ਨਾਮ ਤੇਰੇ ਕੋਲੋਂ ਮੰਗਿਆ ਤਾਂ ਤੂੰ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿੱਤੀ, ਉਹਦੇ ਨਾਲ ਮੇਰੇ ਜੀਵਨ ਦੇ ਵਿੱਚ ਕੀ ਚੇਂਜ ਆਏਗਾ? ਤੇ ਕਹਿੰਦੇ ਪੰਚ ਤਸਕਰ ਧਾਵਤ ਰਾਖੈ ਚੂਕਾ ਮਨ ਅਭਿਮਾਨ। ਪੰਜ ਚੋਰ ਜਿਹੜੇ ਨੇ ਇਹ ਧਾਵਤ ਰਾਖੈ, ਇਹ ਕੰਟਰੋਲ ਦੇ ਵਿੱਚ ਆ ਜਾਣਗੇ।
ਚੂਕਾ ਮਨ ਅਭਿਮਾਨ, ਮਨ ਦੇ ਵਿੱਚੋਂ ਹੰਕਾਰ ਚਲਾ ਜਾਏਗਾ। ਤੇ ਨਾਲ ਹੀ ਕਿਹਾ, ਕਹਿੰਦੇ ਦ੍ਰਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ। ਵਿਕਾਰੀ ਦ੍ਰਿਸ਼ਟ, ਅੱਖਾਂ ਦੇ ਵਿੱਚ ਜਿਹੜੀ ਨੀਚਤਾ ਹੈ ਨਾ ਜੀ, ਪਰਾਇਆ ਰੂਪ, ਪਰਾਇਆ ਧਨ ਦੇਖਣ ਵਾਲੀ, ਇਹ ਖਤਮ ਹੋ ਜਾਏਗੀ। ਦੁਰਮਤ ਭਾਗੀ, ਦੁਰਮਤ ਦਾ ਮਤਲਬ ਹੈ ਮਾੜੀ ਮੱਤ, ਕਿਸੇ ਦਾ ਮਾੜਾ ਸੋਚਣਾ, ਕਿਸੇ ਦਾ ਮਾੜਾ ਕਰਨਾ, ਇਹ ਮਾੜੀ ਮੱਤ ਜਿਹੜੀ ਹੈ ਇਹ ਖਤਮ ਹੋ ਜਾਏਗੀ। ਦ੍ਰਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ। ਤੇ ਨਾਲ ਹੀ ਸਾਹਿਬ ਜੀ ਨੇ ਕਹਿ ਦਿੱਤਾ, ਕਹਿੰਦੇ ਜਤ ਸਤ ਚਾਵਲ। ਹੁਣ ਜਦੋਂ ਪੰਡਿਤ ਜੀ ਆਪਣੇ ਜਜਮਾਨ ਦੇ ਘਰ ਦੇ ਵਿੱਚ ਜਾ ਕੇ ਮੰਗਦੇ ਨੇ ਉਹਦੇ ਕੋਲੋਂ, ਤੇ ਮਿਲਦਾ ਕੀ ਹੈ ਜੀ? ਉਹਨੂੰ ਚਾਵਲ ਦੇ ਦੇਣਗੇ, ਥੋੜੀ ਕਣਕ ਦੇ ਦੇਣਗੇ, ਜੋ ਘਰ ਦੀਆਂ ਜ਼ਰੂਰਤਾਂ ਨੇ, ਥੋੜੇ ਪੈਸੇ ਦੇ ਦੇਣਗੇ, ਘਿਓ ਦੇ ਦੇਣਗੇ। ਸਤਿਗੁਰੂ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਤਾਂ ਤੂੰ ਆਪਣੇ ਆਪ ਮੈਨੂੰ ਦੇਏਂਗਾ, ਮੈਨੂੰ ਪਤਾ ਹੈ ਤੂੰ ਦੇਏਂਗਾ, ਕਿਉਂਕਿ ਤੂੰ ਮੈਨੂੰ ਪੈਦਾ ਕੀਤਾ ਹੈ। ਸੋ ਇਹ ਮੈਂ ਤੇਰੇ ਕੋਲ ਹੀ ਨਹੀਂ ਮੰਗਣਾ, ਮੈਂ ਤੇਰੇ ਕੋਲੋਂ ਨਾਮ ਦੀ ਦਖਣਾ, ਇੱਕ ਦਖਣਾ ਹੋ ਤੈ ਪੈ ਮੰਗੋ, ਦੇ ਆਪਣਾ ਨਾਮ। ਤੇ ਜਦੋਂ ਨਾਮ ਦੀ ਦਾਤ ਮੰਗੀ ਹੈ ਤੇ ਫਿਰ ਕਹਿੰਦੇ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ। ਜਤ ਸਤ ਚਾਵਲ, ਚਾਵਲ ਦਾ ਮਤਲਬ ਹੈ ਜੀ ਰਾਈਸ, ਤੇ ਜਤ ਸਤ ਦਾ ਮਤਲਬ ਹੈ ਜੀ ਉੱਚਾ ਜੀਵਨ, ਗੁੱਡ ਕਰੈਕਟਰ। ਕਹਿੰਦੇ ਮੈਨੂੰ ਚਾਵਲ ਨਹੀਂ ਚਾਹੀਦੇ, ਤੂੰ ਕਿਰਪਾ ਕਰ ਮੇਰੀ ਝੋਲੀ ਦੇ ਵਿੱਚ ਗੁੱਡ ਕਰੈਕਟਰ ਦੀ ਦਾਤ ਪਾ ਦੇ। ਜਤ ਸਤ ਚਾਵਲ ਦਇਆ ਕਣਕ ਕਰ, ਮੈਨੂੰ ਕਣਕ ਵੀ ਨਹੀਂ ਚਾਹੀਦੀ, ਕਣਕ ਨਹੀਂ ਚਾਹੀਦੀ, ਤੂੰ ਉਸ ਕਣਕ ਦੀ ਜਗ੍ਹਾ ਤੇ ਕੀ ਕਰ ਕਿ ਮੇਰੇ ਅੰਦਰ ਦਇਆ ਭਰ ਦੇ। ਦਇਆ, ਮਰਸੀ, ਦਇਆ ਮੇਰੇ ਅੰਦਰ ਜੀਵਨ ਦੇ ਵਿੱਚ ਆ ਜਾਏ। ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ, ਤੇ ਕਿਰਪਾ ਕਰ ਐਸੀ ਰਹਿਮਤ ਮੇਰੇ ਉੱਤੇ ਕਰ ਕਿ ਮੈਂ ਤੈਨੂੰ ਪ੍ਰਾਪਤ ਕਰ ਸਕਾਂ, ਮੈਂ ਇਸ ਯੋਗ ਹੋ ਸਕਾਂ ਕਿ ਤੇਰਾ ਮਿਲਾਪ ਮੈਨੂੰ ਪ੍ਰਾਪਤ ਹੋ ਜਾਏ, ਇਸ ਯੋਗ ਹੋ ਸਕਾਂ ਕਿ ਤੇਰਾ ਮਿਲਾਪ ਮੈਨੂੰ ਪ੍ਰਾਪਤ ਹੋ ਜਾਏ। ਤੇ ਨਾਲ ਹੀ ਸਾਹਿਬ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਦੂਧ ਕਰਮ। ਹੁਣ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਜਜਮਾਨ, ਯਾਦ ਰੱਖਿਓ, ਜਜਮਾਨ ਪੰਡਿਤ ਜੀ ਨੂੰ ਇਹ ਸਾਰੀਆਂ ਚੀਜ਼ਾਂ ਦਿੰਦਾ ਹੈ ਸੰਸਾਰਿਕ। ਚਾਵਲ ਵੀ ਦੇਏਗਾ, ਕਣਕ ਵੀ ਦੇਏਗਾ, ਇਹ ਦੁੱਧ ਵੀ ਦੇਏਗਾ, ਹੋਰ ਘਿਓ ਵਗੈਰਾ ਸਭ ਕੁਝ ਦੇਏਗਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਮੇਰੇ ਮਾਲਕ, ਮੈਨੂੰ ਇਹਨਾਂ ਦੀ ਜਗ੍ਹਾ ਤੇ ਇਹ ਚੀਜ਼ਾਂ ਚਾਹੀਦੀਆਂ ਨੇ। ਦੂਧ ਕਰਮ, ਦੁੱਧ ਜਿਹੜਾ ਜੀ ਚਿੱਟਾ ਹੁੰਦਾ ਹੈ, ਤੇ ਜਦੋਂ ਦੂਧ ਕਰਮ ਦੋ ਵਰਡ ਇਕੱਠੇ ਗੁਰੂ ਸਾਹਿਬ ਨੇ ਯੂਜ਼ ਕੀਤੇ, ਤੇ ਦੁੱਧ ਨੂੰ ਪਵਿੱਤਰ ਸ਼ੁੱਧ ਮੰਨਿਆ ਜਾਂਦਾ ਹੈ, ਪਿਓਰ ਮੰਨਿਆ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਕਿ ਕਿਰਪਾ ਕਰ ਮੇਰੇ ਜੀਵਨ ਦੇ ਵਿੱਚ ਸ਼ੁਭ ਕਰਮਾਂ ਦੀ ਦਾਤ ਮੈਨੂੰ ਦੇ ਦੇ, ਮੇਰੇ ਕੋਲੋਂ ਕਿਸੇ ਦਾ ਮਾੜਾ ਨਾ ਹੋਵੇ, ਨਾ ਮਨ ਕਰਕੇ, ਨਾ ਬਚਨਾ ਕਰਕੇ, ਤੇ ਨਾ ਹੱਥਾਂ ਦੇ ਨਾਲ ਕਰਮਾਂ ਕਰਕੇ ਮੈਂ ਕਿਸੇ ਦਾ ਮਾੜਾ ਕਰ ਸਕਾਂ। ਦੂਧ ਕਰਮ, ਕਹਿੰਦੇ ਇਸ ਤਰ੍ਹਾਂ ਦੇ ਮੇਰੇ ਜੀਵਨ ਦੇ ਵਿੱਚ ਕਰਮ ਹੋ ਜਾਣ। ਸੋ ਇਹ ਸਾਰੀਆਂ ਦਾਤਾਂ ਗੁਰੂ ਸਾਹਿਬ ਨੇ ਮੰਗੀਆਂ ਪਰਮਾਤਮਾ ਦੇ ਕੋਲੋਂ, ਮੰਗਣ ਤੋਂ ਇਨਕਾਰ ਨਹੀਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਕਿਰਪਾ ਕਰ ਤੂੰ ਮੇਰੀ ਝੋਲੀ 'ਚ ਨਾਮ ਦੀ ਦਾਤ ਪਾ। ਬਸ ਇਹੀ ਦਾਤ ਇੱਕ ਜਿਹੜੀ ਹੈ ਨਾ, ਉਹ ਅਸੀਂ ਨਹੀਂ ਮੰਗਦੇ, ਜਿਹੜੀ ਕਿ ਮੰਗਣੀ ਬਹੁਤ ਜ਼ਰੂਰੀ ਹੈ। ਖਿਆਲ ਕਰਿਓ ਸਾਧ ਸੰਗਤ, ਗੁਰੂ ਅਮਰਦਾਸ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ, ਆਪਾਂ ਬਾਬਾ ਅਮਰਦਾਸ ਵਰਡ ਯੂਜ਼ ਕਰ ਲਈਏ ਜੀ, ਗੁਰੂ ਬਣਨ ਤੋਂ ਪਹਿਲਾਂ ਜਦੋਂ ਉਹ ਤੀਰਥ ਯਾਤਰਾ ਤੇ ਗਏ ਨੇ ਜੀ 21 ਟਾਈਮ, 21ਵੀਂ ਵਾਰ ਜਦੋਂ ਗੁਰੂ ਸਾਹਿਬ ਗੁਰੂ ਬਣਨ ਤੋਂ ਪਹਿਲਾਂ ਤੀਰਥ ਯਾਤਰਾ ਤੇ ਜਾਂਦੇ ਨੇ, ਤੇ ਵਾਪਸ ਆਉਂਦਿਆਂ ਇੱਕ ਜਗ੍ਹਾ ਦੇ ਉੱਤੇ ਰੁਕਦੇ ਨੇ, ਆਰਾਮ ਕਰਦੇ ਨੇ, ਵਿਸ਼ਰਾਮ ਕਰਦੇ ਨੇ। ਉੱਥੇ ਉਸ ਜਗ੍ਹਾ ਦਾ ਨਾਂ ਹੈ ਜੀ ਮੇਹੜਾ, ਪਿੰਡ ਦਾ ਨਾਂ। ਉੱਥੇ ਇੱਕ ਆਸ਼ਰਮ ਬਣਿਆ ਹੋਇਆ ਹੈ, ਉਸ ਆਸ਼ਰਮ ਦਾ ਪ੍ਰਬੰਧ ਸੰਭਾਲਦਾ ਹੈ ਪੰਡਿਤ ਦੁਰਗਾ। ਉੱਥੇ ਗੁਰੂ ਸਾਹਿਬ ਰੁਕਦੇ ਨੇ ਗੁਰੂ ਬਣਨ ਤੋਂ ਪਹਿਲਾਂ, ਯਾਦ ਰੱਖਿਓ। ਕੁਝ ਸਮਾਂ ਉੱਥੇ ਰੁਕਦੇ ਨੇ, ਵਿਸ਼ਰਾਮ ਕਰਦੇ ਨੇ। ਤੇ ਉਹ ਪੰਡਿਤ ਜਿਹੜਾ ਹੈ ਨਾ, ਪੰਡਿਤ ਦੁਰਗਾ, ਉਹ ਜੋਤਿਸ਼ ਵਿਦਿਆ ਦਾ ਜਾਣੂ ਹੈ। ਤੇ ਉਹਨੇ ਦੇਖਿਆ ਕਿ ਬਾਬਾ ਅਮਰਦਾਸ ਜੀ ਦੇ ਪੈਰ ਦੇ ਵਿੱਚ ਨਾ ਇੱਕ ਲਾਈਨ ਹੈ, ਪੈਰ ਦੇ ਵਿੱਚ ਇੱਕ ਲਾਈਨ ਹੈ, ਤੇ ਉਸ ਲਾਈਨ ਨੂੰ ਜੋਤਿਸ਼ ਦੇ ਵਿੱਚ ਪਦਮ ਕਿਹਾ ਜਾਂਦਾ ਹੈ, ਪਦਮ। ਤੇ ਜਦੋਂ ਬਾਬਾ ਅਮਰਦਾਸ ਜੀ ਆਰਾਮ ਕਰਨ ਤੋਂ ਬਾਅਦ ਜਾਣ ਲੱਗੇ, ਤੇ ਉਹਨਾਂ ਨੇ ਪੰਡਿਤ ਦੁਰਗਾ ਨੂੰ ਪੁੱਛਿਆ ਕਿ ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ। ਨਾਰਮਲੀ ਹੈ ਜੀ, ਆਪਾਂ ਕਿਤੇ ਜਾਈਏ, ਕਿਸੇ ਜਿਹੜੀ ਚੈਰੀਟੇਬਲ ਕੋਈ ਟਰਸਟ ਹੋਵੇ, ਉੱਥੇ ਕਿਸੇ ਰੂਮ ਦੇ ਵਿੱਚ ਆਪਾਂ ਆਰਾਮ ਕਰਨ ਵਾਸਤੇ ਰੁਕਦੇ ਹਾਂ, ਉਹਨਾਂ ਦਾ ਕੋਈ ਕਿਰਾਇਆ ਤਾਂ ਨਹੀਂ, ਕੋਈ ਉਹ ਰੈਂਟ ਨਹੀਂ ਸਾਡੇ ਕੋਲੋਂ ਲੈਂਦੇ, ਪਰ ਸਾਡਾ ਆਪਣਾ ਫਰਜ਼ ਅਸੀਂ ਸਮਝਦੇ ਹੋਇਆ ਕੁਝ ਨਾ ਕੁਝ ਅਸੀਂ ਡੋਨੇਸ਼ਨ ਦੇਣੀ ਚਾਹੁੰਦੇ ਹਾਂ ਉਹਨਾਂ ਨੂੰ, ਕਿਉਂਕਿ ਅਸੀਂ ਰਾਤ ਸਪੈਂਡ ਕੀਤੀ ਉੱਥੇ, ਤੇ ਆਪਣਾ ਇਹ ਫਰਜ਼ ਸਮਝਦੇ ਹਾਂ
ਕਿ ਜੀ ਇਹ ਚੈਰਿਟੀ ਦੇ ਨਾਲ ਇਹ ਸੰਸਥਾ ਚੱਲਦੀ ਪਈ ਹੈ ਤੇ ਇੱਥੇ ਮੈਂ ਕੁਝ ਡੋਨੇਟ ਜ਼ਰੂਰ ਕਰ ਸਕਾਂ, ਜਿੰਨਾ ਕੋ ਮੇਰੇ ਕੋਲ ਹੋ ਸਕਦਾ ਹੈ ਕਰਦੇ ਹਾਂ। ਤੇ ਬਾਬਾ ਅਮਰਦਾਸ ਜੀ ਨੇ ਵੀ ਪੁੱਛਿਆ, ਕਹਿਣ ਲੱਗੇ ਮੈਂ ਕੀ ਸੇਵਾ ਕਰ ਸਕਦਾ। ਤੇ ਪੰਡਿਤ ਦੁਰਗਾ ਜੀ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਜੀ ਇਸ ਟਾਈਮ ਨਹੀਂ, ਸਮਾਂ ਆਏਗਾ ਜਦੋਂ ਮੈਂ ਤੁਹਾਡੇ ਕੋਲੋਂ ਮੰਗਾਂਗਾ, ਭੁੱਲਿਓ ਨਾ, ਮੰਗਾਂਗਾ ਜ਼ਰੂਰ ਪਰ ਸਮਾਂ ਆਉਣ ਤੇ। ਸਮਝਿਆ ਨਹੀਂ ਬਾਬਾ ਅਮਰਦਾਸ ਜੀ, ਕਹਿੰਦੇ ਮੈਂ ਗੱਲ ਸਮਝਿਆ ਨਹੀਂ ਤੁਹਾਡੀ। ਸਮਾਂ ਆਉਣ ਤੇ ਮਤਲਬ ਕਹਿੰਦਾ ਕਿ ਮੇਰੀ ਵਿਦਿਆ ਕਹਿੰਦੀ ਹੈ, ਮੇਰੀ ਵਿਦਿਆ ਕਹਿੰਦੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤਾਂ ਕੋਈ ਰਾਜਾ ਬਣੋਗੇ ਜਾਂ ਤੁਸੀਂ ਆਤਮਿਕ ਜੀਵਨ ਦੀ ਸਿਖਰ ਨੂੰ ਟੌਪ ਤੇ ਪਹੁੰਚੋਗੇ, ਮੇਰੀ ਵਿਦਿਆ ਕਹਿੰਦੀ ਹੈ। ਉਹ ਪੰਡਿਤ ਕਹਿ ਰਿਹਾ ਉਸ ਟਾਈਮ ਤੇ ਕਹਿੰਦਾ ਮੈਂ ਤੁਹਾਡੇ ਕੋਲ ਜ਼ਰੂਰ ਮੰਗਾਂਗਾ, ਭੁੱਲਿਓ ਨਾ। ਸਮਾਂ ਆਇਆ ਸਾਧ ਸੰਗਤ, ਗੁਰੂ ਅਮਰਦਾਸ ਜੀ ਗੁਰੂ ਬਣਦੇ ਨੇ, ਸੇਵਾ ਕਰਦੇ ਨੇ, ਗੁਰੂ ਬਣਦੇ ਨੇ। ਤੇ ਗੁਰੂ ਬਣਨ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਪ੍ਰਚਾਰ ਦੌਰਿਆਂ ਤੇ ਨਿਕਲਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਗਏ ਸੀ, ਗੁਰੂ ਅਮਰਦਾਸ ਮਹਾਰਾਜ ਪ੍ਰਚਾਰ ਹਿੱਤ ਤੀਰਥ ਯਾਤਰਾਵਾਂ ਕਰਦੇ ਨੇ, ਤੀਰਥਾਂ ਤੇ ਜਾਂਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਤੀਰਥਾਂ ਤੇ ਜਾ ਕੇ ਉਪਦੇਸ਼ ਦਿੰਦੇ ਨੇ, ਗੁਰੂ ਅਮਰਦਾਸ ਜੀ ਵੀ ਤੀਰਥਾਂ ਤੇ ਜਾ ਕੇ ਲੋਕਾਂ ਨੂੰ ਸੱਚ ਦੇ ਨਾਲ ਜੋੜਦੇ ਪਏ ਨੇ। ਤੇ ਹਰਿਦੁਆਰ ਤੋਂ ਵਾਪਸ ਆਉਣ ਲੱਗਿਆਂ ਉੱਥੇ ਇਸ ਪੰਡਿਤ ਦੇ ਨਾਲ ਗੁਰੂ ਅਮਰਦਾਸ ਜੀ ਦਾ ਮੇਲ ਹੁੰਦਾ ਹੈ। ਯਾਦ ਰੱਖਿਓ, ਅਸੀਂ ਸੰਸਾਰ ਦੇ ਪਦਾਰਥ ਮੰਗਦੇ ਹਾਂ, ਪਰ ਮਾਫ ਕਰਨਾ ਸਾਨੂੰ ਮੰਗਣ ਦੀ ਜਾਚ ਨਹੀਂ ਆਈ, ਤੇ ਨਾ ਹੀ ਅਸੀਂ ਉਹ ਦਾਤ ਮੰਗ ਸਕੇ ਹਾਂ ਜਿਸ ਨੂੰ ਮੰਗਣ ਤੋਂ ਬਾਅਦ ਦੁਬਾਰਾ ਮੰਗਣ ਦੀ ਜ਼ਰੂਰਤ ਨਹੀਂ ਰਹਿੰਦੀ। ਉਹ ਚੀਜ਼ ਨਹੀਂ ਅੱਜ ਤੱਕ ਅਸੀਂ ਮੰਗ ਪਾਏ ਜਿਸ ਨੂੰ ਮੰਗਣ ਤੋਂ ਬਾਅਦ ਦੁਬਾਰਾ ਮੰਗਣ ਦੀ ਜ਼ਰੂਰਤ ਕੋਈ ਨਹੀਂ ਜੇ ਰਹਿੰਦੀ। ਮੇਲ ਹੋਇਆ ਜੀ ਗੁਰੂ ਅਮਰਦਾਸ ਜੀ ਦੇ ਨਾਲ ਪੰਡਿਤ ਦੁਰਗਾ ਜੀ ਦਾ। ਹੁਣ ਪੰਡਿਤ ਦੁਰਗਾ ਜੀ ਨੇ ਰਿਮਾਈਂਡ ਕਰਵਾਇਆ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਤੁਹਾਨੂੰ ਯਾਦ ਹੈ ਕੋਈ ਸਮਾਂ ਸੀ ਜਦੋਂ ਤੁਸੀਂ ਯਾਤਰਾ ਕਰਕੇ ਆ ਰਹੇ ਸੀ, ਮੇਰੇ ਨਾਲ ਮੇਲ ਹੋਇਆ ਸੀ ਤੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ। ਤੇ ਗੁਰੂ ਅਮਰਦਾਸ ਮਹਾਰਾਜ ਮੁਸਕਰਾਏ, ਕਹਿਣ ਲੱਗੇ ਹਾਂ ਯਾਦ ਹੈ। ਕਹਿੰਦੇ ਮੰਗ ਲਓ, ਕੀ ਮੰਗਣਾ ਚਾਹੁੰਦੇ ਹੋ। ਤੇ ਇੱਥੇ ਪੰਡਿਤ ਜੀ ਥੋੜਾ ਜਿਹਾ ਸੋਚ ਦੇ ਵਿੱਚ ਪੈ ਗਏ। ਕੁਝ ਸਮੇਂ ਦੇ ਵਾਸਤੇ ਉਹ ਸੋਚਣ ਲੱਗ ਪਏ। ਕੁਝ ਸੋਚ ਕੀ ਹੈ, ਅੰਦਰ ਕੀ ਸੋਚ ਚੱਲਦੀ ਪਈ ਹੈ ਕਿ ਮੰਗਾਂ ਕੀ ਮੈਂ, ਧਨ ਮੰਗ ਲਾਂ। ਪਤਾ ਹੈ ਉਹਨੂੰ ਵਿਸ਼ਵਾਸ ਹੈ ਕਿ ਜੋ ਮੰਗਾਂਗਾ ਉਹ ਮਿਲੇਗਾ, ਕੋਈ ਡਾਊਟ ਨਹੀਂ ਉਹਦੇ ਮਨ ਦੇ ਵਿੱਚ, ਜੋ ਮੰਗਾਂਗਾ ਮਿਲੇਗਾ। ਪਰ ਮੰਗਾਂ ਕੀ, ਇਹ ਸੋਚ ਦੇ ਵਿੱਚ ਹੈ। ਤੇ ਸਾਧ ਸੰਗਤ ਪਤਾ ਉਹਨੇ ਮੰਗਿਆ ਕੀ। ਬੜੇ ਪਿਆਰੇ ਬਚਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਦੀ ਪੁਸਤਕ ਹੈ ਜੀ, ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਜੀਵਨੀ ਲਿਖੀ, ਉਹਦੇ ਵਿੱਚ ਜ਼ਿਕਰ ਕਰਦੇ ਨੇ। ਪਤਾ ਕੀ ਕਿਹਾ, ਕਹਿੰਦੇ ਜੇ ਨਾਮ ਦੇ ਧਨ ਦੇ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਬਿਹਾਏ। ਪੰਡਿਤ ਕਹਿੰਦਾ ਹੈ ਗੁਰੂ ਅਮਰਦਾਸ ਜੀ ਨੂੰ, ਕਹਿਣ ਲੱਗੇ ਜੇ ਤੁਹਾਡੇ ਕੋਲੋਂ ਮੈਂ ਨਾਮ ਦੀ ਦਾਤ ਮੰਗ ਲਈ ਨਾ, ਧਨ ਨਹੀਂ ਮੰਗਦਾ, ਤੇ ਧਨ ਤੋਂ ਬਿਨਾਂ ਸੰਸਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਮੇਰਾ ਸਰੀਰਕ ਤੌਰ ਤੇ ਗੁਜ਼ਾਰਾ ਕਿਵੇਂ ਚੱਲੇਗਾ। ਨਾਮ ਦੇ ਧਨ ਦੇ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਜੇ ਧਨ ਦੇ ਨਾਮ ਨਾ ਦੇਵੈ, ਨਾਮ ਵਿਹੂਣ ਜਨ ਜਮਪੁਰ ਜਾਏ। ਜੇ ਮੈਂ ਧਨ ਮੰਗ ਲੈਣਾ, ਨਾਮ ਨਹੀਂ ਮੰਗਦਾ, ਤੇ ਫਿਰ ਨਾਮ ਤੋਂ ਬਿਨਾਂ ਕਹਿੰਦੇ ਪਾਰ ਉਤਾਰਾ ਨਹੀਂ ਹੋਣਾ। ਤੇ ਫਿਰ ਅਗਲੀ ਗੱਲ ਪਤਾ ਕੀ ਕਹੀ ਉਹਨਾਂ ਨੇ, ਕਹਿੰਦੇ ਤੁਝ ਪੈ ਕਹੀ ਨਹੀਂ ਬਣ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਕਹਿੰਦੇ ਗੁਰੂ ਅਮਰਦਾਸ ਮੈਂ ਤੁਹਾਡੇ ਕੋਲ ਮੰਗਾਂ ਕੀ, ਜਿਵੇਂ ਤੁਹਾਡੀ ਰਜ਼ਾ ਹੈ ਨਾ ਉਵੇਂ ਤੁਸੀਂ ਕਰ ਦਿਓ। ਤੁਝ ਪੈ ਕਹੀ ਨਹੀਂ ਬਣ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਨਿਰਮਲ ਦੋਨੋਂ ਪੰਥ ਚਲਾਏ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਨਿਰਮਲ ਦੋਨੋਂ ਪੰਥ ਚਲਾਏ। ਕਹਿੰਦੇ ਮੇਰੇ ਮਾਲਕ ਜਿਵੇਂ ਤੁਹਾਡੀ ਰਜ਼ਾ ਹੈ ਉਸੇ ਤਰ੍ਹਾਂ ਕਰ ਦਿਓ। ਮੈਨੂੰ ਇੰਨਾ ਵਿਸ਼ਵਾਸ ਹੈ ਜੇ ਤੁਹਾਡੀ ਕਿਰਪਾ ਹੋ ਜਾਏ ਤੇ ਤੁਸੀਂ ਮੇਰਾ ਸੰਸਾਰਿਕ ਜੀਵਨ ਵੀ ਸਵਾਰ ਦੋਗੇ ਤੇ ਆਤਮਿਕ ਜੀਵਨ ਵੀ ਸਵਾਰ ਦੋਗੇ। ਤੇ ਜਦੋਂ ਇਹ ਬਚਨ ਪੰਡਿਤ ਦੁਰਗਾ ਨੇ ਕਹਿਣਾ ਤੇ ਗੁਰੂ ਅਮਰਦਾਸ ਮੁਸਕਰਾਏ। ਗੁਰੂ ਅਮਰਦਾਸ ਜੀ ਮੁਸਕਰਾਏ, ਕਹਿਣ ਲੱਗੇ ਪੰਡਿਤ ਜੀ ਤੁਸੀਂ ਸਭ ਕੁਝ ਹੀ ਮੰਗ ਲਿਆ। ਸੋ ਸਾਨੂੰ ਮੰਗਣ ਦੀ ਜਾਚ ਨਹੀਂ। ਸਾਧ ਸੰਗਤ ਮੰਗਣ ਦੀ ਜਾਚ ਸਿੱਖ ਲਈਏ ਪੰਡਿਤ ਦੁਰਗਾ ਜੀ ਦੇ ਪਾਸੋਂ, ਆਣ ਕੇ ਹੱਥ ਜੋੜ ਕੇ ਖੜੇ ਹੋ ਜਾਈਏ, ਜ਼ੁਬਾਨ ਤੋਂ ਕੋਈ ਲਫ਼ਜ਼ ਨਾ ਵੀ ਨਾ ਨਿਕਲੇ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਨਾ ਇੱਕ ਸਿੱਖ ਬੜੀ ਸੇਵਾ ਕਰਿਆ ਕਰਦਾ ਸੀ ਜੀ। ਉਮਰ ਕਾਫੀ ਵੱਡੀ ਹੋ ਗਈ, ਕਾਫੀ ਵੱਡੀ ਉਮਰ ਹੋ ਗਈ, ਪਰ ਘਰ ਦੇ ਵਿੱਚ ਔਲਾਦ ਨਹੀਂ, ਘਰ ਦੇ ਵਿੱਚ ਔਲਾਦ ਕੋਈ ਨਹੀਂ। ਤੇ ਪਤਨੀ ਨੇ ਕਿਹਾ ਇੱਕ ਦਿਨ, ਕਹਿਣ ਲੱਗੇ ਤੁਸੀਂ ਗੁਰੂ ਰਾਮਦਾਸ ਜੀ ਦੇ ਕੋਲੋਂ ਦਾਤ ਹੀ ਮੰਗ ਲਓ ਨਾ।
ਔਲਾਦ ਦੇ ਵਾਸਤੇ ਬੇਨਤੀ ਕਰੋ। ਤੇ ਇਹ ਜ਼ਰੂਰ ਹੈ ਕਿ ਜੇ ਗੁਰੂ ਰਾਮਦਾਸ ਜੀ ਨੇ ਰਹਿਮਤ ਕਰ ਦਿੱਤੀ, ਘਰ ਦੇ ਵਿੱਚ ਔਲਾਦ ਜ਼ਰੂਰ ਪੈਦਾ ਹੋਏਗੀ। ਅੱਜ ਗਿਆ ਸਿੱਖ ਦਰਬਾਰ ਦੇ ਵਿੱਚ ਜਾ ਕੇ, ਸਾਹਮਣੇ ਜਾ ਕੇ ਹੱਥ ਜੋੜ ਕੇ ਖੜਾ ਹੋ ਗਿਆ। ਗੁਰੂ ਰਾਮਦਾਸ ਜਾਣੀ ਜਾਣ ਜੀ, ਇਹਨਾਂ ਹਰ ਇੱਕ ਸਿੱਖ ਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਦੇ ਸਾਹਮਣੇ ਮੈਂ ਖਲੋਤਾ ਨਾ, ਉਹ ਗੁਰੂ ਮੇਰੇ ਅੰਦਰ ਦੀ ਹਰ ਇੱਕ ਗੱਲ ਜਾਣਦਾ ਹੈ, ਹਰ ਇੱਕ ਗੱਲ। ਇਹ ਵਿਸ਼ਵਾਸ ਹਰ ਇੱਕ ਨੂੰ ਹੋਣਾ ਚਾਹੀਦਾ ਜਿਹੜਾ ਆਣ ਕੇ ਇੱਥੇ ਖੜਾ ਹੋ ਕੇ ਅਰਦਾਸ ਕਰਦਾ ਪਿਆ ਹੈ। ਸਾਹਮਣੇ ਜਾ ਕੇ ਖੜਾ ਹੋਇਆ, ਹੱਥ ਜੋੜੇ ਨੇ, ਸਾਧ ਸੰਗਤ ਮੰਗ ਹੀ ਨਹੀਂ ਸਕਿਆ, ਬੋਲ ਹੀ ਨਹੀਂ ਸਕਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁੱਛਿਆ, ਕੀ ਚਾਹੀਦਾ ਹੈ, ਕੀ ਮੰਗ ਹੈ? ਮੇਰੇ ਮਾਲਕ ਕਿਰਪਾ ਕਰੋ, ਨਾਮਦਾਨ ਦਿਓ। ਦੂਜੇ ਦਿਨ ਗਿਆ, ਫਿਰ ਇਸੇ ਤਰ੍ਹਾਂ ਹੀ ਵਾਪਸ ਆ ਗਿਆ। ਪਤਨੀ ਕਹਿੰਦੀ, ਮੰਗੀ ਕਿਉਂ ਨਹੀਂ? ਕਹਿੰਦੇ, ਮੈਨੂੰ ਸ਼ਰਮ ਆਉਂਦੀ ਹੈ ਕਿ ਲਾਗੀ ਬਾਕੀ ਸੰਗਤ ਕੀ ਸੋਚੇਗੀ ਕਿ ਇੰਨੀ ਵੱਡੀ ਉਮਰ ਹੋ ਗਈ ਹੈ ਤੇ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਇੱਕ ਬੱਚੇ ਦੀ ਅਜੇ ਮੰਗ ਲੈ ਕੇ ਬੈਠੇ ਨੇ। ਤੇ ਸਾਧ ਸੰਗਤ ਤੀਜੇ ਦਿਨ ਫਿਰ ਪਤਨੀ ਨੇ ਕਹਿ ਕੇ ਭੇਜਿਆ ਕਿ ਤੁਸੀਂ ਮੰਗਣਾ ਹੈ। ਫਿਰ ਮਨ ਬਣਾ ਕੇ ਗਿਆ ਕਿ ਅੱਜ ਮੰਗਾਂਗਾ, ਅੱਜ ਫੇਰ ਨਹੀਂ ਮੰਗ ਸਕਿਆ। ਵਾਪਸ ਆ ਗਏ ਨਾ ਜਦੋਂ ਘਰ, ਤੇ ਖਿਆਲ ਕਰਿਓ ਸਾਧ ਸੰਗਤ, ਗੁਰੂ ਰਾਮਦਾਸ ਮਹਾਰਾਜ ਆਪ ਘਰ ਆਉਂਦੇ ਨੇ, ਆਪ ਘਰ ਆਉਂਦੇ ਨੇ, ਕਿਉਂਕਿ ਗੁਰੂ ਜਾਣਦਾ ਹੈ ਕਿ ਮੇਰੇ ਸਿੱਖ ਨੂੰ ਚਾਹੀਦਾ ਕੀ ਹੈ, ਇਹਦੀ ਮੰਗ ਕੀ ਹੈ। ਤੇ ਜਦੋਂ ਆਪਾਂ ਨਾਮਦਾਨ ਮੰਗ ਲੈਂਦੇ ਹਾਂ ਨਾ, ਬਚਨ ਬੜੇ ਪਿਆਰੇ ਗੁਰੂ ਸਾਹਿਬ ਦੇ ਬਾਣੀ ਚੋਂ ਵਾਰ-ਵਾਰ ਤੁਹਾਨੂੰ ਪੜ੍ਹਨ ਨੂੰ ਮਿਲਣਗੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੰਗਾਂ ਦਾਨ ਠਾਕੁਰ ਨਾਮ। ਕਿੰਨੇ ਬੇਅੰਤ ਬਚਨ ਤੁਹਾਨੂੰ ਮਿਲਣਗੇ ਜਿਹਦੇ ਵਿੱਚ ਗੁਰੂ ਸਾਹਿਬ ਨੇ ਦਾਤ ਹੀ ਇਹ ਮੰਗੀ ਕਿ ਤੂੰ ਮੇਰੀ ਝੋਲੀ 'ਚ ਨਾਮ ਦੀ ਦਾਤ ਪਾ। ਕਿਉਂ? ਰੀਜ਼ਨ ਇਹੀ ਹੈ ਕਿ ਜਿਹਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਆ ਗਈ, ਸਾਧ ਸੰਗਤ, ਉਹਦੇ ਘਰ ਦੇ ਵਿੱਚ ਸਭ ਕੁਝ ਹੀ ਆ ਗਿਆ। ਉਹਨੂੰ ਦੁਬਾਰਾ ਮੰਗਣ ਦੀ ਜ਼ਰੂਰਤ ਕੋਈ ਨਹੀਂ ਰਹਿੰਦੀ। ਦੋ ਗੱਲਾਂ ਨੇ ਸਾਧ ਸੰਗਤ, ਇੱਕ ਤਾਂ ਮੰਗਣ ਦੀ ਜ਼ਰੂਰਤ ਕੋਈ ਨਹੀਂ ਰਹਿੰਦੀ, ਦੂਜੀ ਸਾਰੀਆਂ ਮੰਗਾਂ ਹੀ ਖਤਮ ਹੋ ਜਾਂਦੀਆਂ ਨੇ, ਸਾਰੀਆਂ ਮੰਗਾਂ ਹੀ ਖਤਮ ਹੋ ਜਾਂਦੀਆਂ ਨੇ। ਸਿਰਫ ਸੈਟਿਸਫੈਕਸ਼ਨ ਜੀਵਨ ਦੇ ਵਿੱਚ ਆ ਜਾਂਦੀ ਹੈ। ਜੋ ਮਿਲ ਰਿਹਾ ਹੈ ਉਹਦੀ ਰਜ਼ਾ ਨੂੰ, ਉਹਦੇ ਹੁਕਮ ਨੂੰ ਪ੍ਰਵਾਨ ਕਰਦਾ ਹੈ ਜੀਵਨ ਦੇ ਵਿੱਚ। ਤੇ ਗੁਰੂ ਰਾਮਦਾਸ ਘਰ ਗਏ, ਦਰਵਾਜ਼ਾ ਖੜਕਾਇਆ, ਸਿੱਖ ਬਾਹਰ ਨਿਕਲਿਆ, ਕਹਿਣ ਲੱਗੇ, ਤੁਸੀਂ ਤਾਂ ਮੰਗਣਾ ਨਹੀਂ, ਅਸੀਂ ਆਪ ਤੁਹਾਡੇ ਘਰ ਦੇ ਵਿੱਚ ਆਏ ਹਾਂ ਤੁਹਾਨੂੰ ਦਾਤ ਦੇਣ ਵਾਸਤੇ। ਤੇ ਖਿਆਲ ਕਰਿਓ, ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪੁੱਤਰ ਦੀ ਦਾਤ ਨਸੀਬ ਹੋਈ ਉਸ ਪਰਿਵਾਰ ਨੂੰ। ਤੇ ਜਦੋਂ ਆਪਾਂ ਸਾਹਮਣੇ ਆਣ ਕੇ ਖੜੇ ਹੋਈਏ ਨਾ, ਬੋਲੀਏ ਭਾਵੇਂ ਨਾ, ਭਾਵਨਾ ਸਾਡੇ ਅੰਦਰ ਇਹ ਹੋਵੇ ਕਿ ਮੈਂ ਮੰਗਣੀ ਉਹ ਦਾਤ ਹੈ ਜਿਸ ਨੂੰ ਮੰਗਣ ਤੋਂ ਬਾਅਦ ਦੁਬਾਰਾ ਹੋਰ ਕੁਝ ਮੰਗਣ ਦੀ ਜ਼ਰੂਰਤ ਨਾ ਰਵੇ। ਗੁਰੂ ਤੇਗ ਬਹਾਦਰ ਮਹਾਰਾਜ ਇਹੀ ਗੱਲ ਸਮਝਾਉਂਦੇ ਪਏ ਨੇ। ਸਾਹਿਬ ਜੀ ਕਹਿ ਰਹੇ ਨੇ, ਜਗਤ ਭਿਖਾਰੀ ਫਿਰਤ ਹੈ, ਸਾਰਾ ਸੰਸਾਰ ਭਿਖਾਰੀ ਹੈ ਜੀ। ਤੂੰ ਦਾਤਾ ਮੰਗਣ ਕੋ ਸਗਲੀ, ਤੂੰ ਦਾਤਾ ਮੰਗਣ ਕੋ ਸਗਲੀ ਦਾ ਮਤਲਬ ਹੈ ਜਗਤ ਭਿਖਾਰੀ ਫਿਰਤ ਹੈ। ਸਭ ਕੋ ਦਾਤਾ ਰਾਮ, ਸਾਰਿਆਂ ਦਾ ਦਾਤਾ, ਦਾਤਾਂ ਦੇਣ ਵਾਲਾ ਪਰਮਾਤਮਾ ਹੈ। ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਗੁਰੂ ਸਾਹਿਬ ਕਹਿੰਦੇ, ਹੇ ਮੇਰਿਆ ਮਨਾ, ਤੂੰ ਉਸ ਨੂੰ ਯਾਦ ਕਰਨਾ ਸ਼ੁਰੂ ਕਰ, ਉਹਦੇ ਕੋਲੋਂ ਮੰਗ, ਪਰ ਮੰਗ ਪ੍ਰਮਾਤਮਾ ਦੇ ਨਾਮ ਨੂੰ, ਮੰਗ ਉਸੇ ਨੂੰ ਹੀ, ਉਹਨੂੰ ਹੀ ਮੰਗ ਲਾ। ਤੇ ਜੇ ਉਹਨੂੰ ਹੀ ਮੰਗ ਲਏਗਾ, ਤੇਰੇ ਜੀਵਨ ਦੇ ਵਿੱਚ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਆਏਗੀ। ਤੇ ਜੇਕਰ ਇਹੀ ਦਾਤ ਮੰਗ ਲਈਏ, ਮੇਰੇ ਮਾਲਕ ਕਿਰਪਾ ਕਰ, ਮੈਨੂੰ ਆਪਣੇ ਘਰ ਦੇ ਵਿੱਚ ਰੱਖ ਲਾ। ਤੇ ਜਦੋਂ ਉਹਨੇ ਆਪਣੇ ਘਰ ਦੇ ਵਿੱਚ ਸਾਨੂੰ ਰੱਖ ਲਿਆ ਨਾ ਸਾਧ ਸੰਗਤ, ਸਾਡੀਆਂ ਸਾਰੀਆਂ ਲੋੜਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਹਦੀ ਹੋ ਜਾਏਗੀ। ਫਿਰ ਇਹ ਸਾਨੂੰ ਭੁੱਖਾ ਨਹੀਂ ਮਾਰੇਗਾ, ਕਮੀ ਨਹੀਂ ਰਹਿਣ ਦੇਵੇਗਾ ਜੀਵਨ ਦੇ ਵਿੱਚ। ਜੋ ਵੀ ਸਾਨੂੰ ਚਾਹੀਦਾ ਹੋਏਗਾ ਮਿਲੇਗਾ, ਪਰ ਉਦੋਂ ਜਦੋਂ ਇਹ ਦਾਤ ਗੁਰੂ ਦੇ ਕੋਲ ਆਣ ਕੇ ਅਸੀਂ ਮੰਗ ਲਵਾਂਗੇ, ਕਿਰਪਾ ਕਰ ਇਸ ਝੋਲੀ ਦੇ ਵਿੱਚ ਇੱਕ ਦਖਣਾ ਹੋਂ ਤੈ ਪੈ ਮੰਗੋ, ਦੇ ਆਪਣਾ ਨਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਸਾਰੇ ਜੀਵਨ ਦੇ ਕੰਮ ਪੂਰਨ ਹੋ ਜਾਣਗੇ। ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਕੰਮ ਜਿਹੜਾ ਹੈ ਨਾ, ਉਹ ਹੈ ਰੱਬ ਦੇ ਨਾਲ ਮਿਲਾਪ, ਉਹਦੇ ਨਾਲ ਮਰਜ ਹੋਣਾ। ਤੇ ਜਦੋਂ ਨਾਮ ਦੀ ਦਾਤ ਮੰਗਾਂਗੇ, ਉਹਦੀ ਯਾਦ ਦੇ ਵਿੱਚ ਜੁੜਾਂਗੇ, ਇਹ ਕਾਰਜ ਸੰਪੂਰਨ ਹੋ ਜਾਏਗਾ। ਸੰਸਾਰ ਦੇ ਕਾਰਜ ਸੰਪੂਰਨ ਹੋਣਗੇ, ਤੇ ਜਿਸ ਕੰਮ ਨੂੰ ਲੈ ਕੇ ਦੁਨੀਆ ਵਿੱਚ ਆਏ ਆ, ਉਹ ਕੰਮ ਵੀ ਸੰਪੂਰਨ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਸਾਨੂੰ ਮੰਗਣ ਦੀ ਜਾਚ ਆ ਜਾਏ, ਤਾਂ ਕਿ ਦਾਤ ਮੰਗ ਕੇ ਆਪਣੇ ਜੀਵਨ ਨੂੰ ਸਫਲ ਬਣਾ ਕੇ ਗੁਰੂ ਚਰਨਾਂ ਦੇ ਵਿੱਚ ਸੁਰਖਰੂ ਹੋ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ,
ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।